Hello everyone, welcome you all in your own channel Learn Everything। ਸੋ ਅਸੀਂ ਕਰ ਰਹੇ ਸੀ ਫਿਜ਼ਿਕਸ ਦਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ, ਜਿਹਦੇ ਵਿੱਚ ਨੈਕਸਟ ਅਸੀਂ ਕਰਾਂਗੇ ਹਾਲ ਇਫੈਕਟ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਸਿਲੇਬਸ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੋਇਆ, ਠੀਕ ਹੈ ਜੀ। ਸੋ ਸ਼ੁਰੂ ਕਰਦੇ ਹਾਂ ਹਾਲ ਇਫੈਕਟ। E.H. ਹਾਲ ਇਹਨਾਂ ਦਾ ਨਾਮ ਸੀ ਸਾਇੰਟਿਸਟ ਦਾ। ਇਨ 1870 ਸ਼ੋ ਦੈਟ ਇਹਨਾਂ ਨੇ ਕੀ ਸ਼ੋ ਕੀਤਾ ਕਿ ਵੈਨ ਏ ਕੰਡਕਟਰ ਮੈਟਲ ਹੋਵੇ ਜਾਂ ਫਿਰ ਸੈਮੀ ਕੰਡਕਟਰ ਹੋਵੇ ਕੈਰਿੰਗ ਕਰੰਟ, ਉਹਦੇ ਵਿੱਚ ਕਰੰਟ ਕੈਰੀ ਹੋ ਰਿਹਾ, ਜਦੋਂ ਅਸੀਂ ਇਹਨੂੰ ਪਲੇਸ ਕਰਦੇ ਹਾਂ ਇਨ ਦਾ ਟਰਾਂਸਵਰਸ ਮੈਗਨੈਟਿਕ ਫੀਲਡ, ਤਾਂ ਉੱਥੇ ਕੀ ਪੈਦਾ ਹੁੰਦਾ ਐਨ ਇਲੈਕਟ੍ਰਿਕ ਫੀਲਡ ਇਜ਼ ਪ੍ਰੋਡਿਊਸ ਇਨਸਾਈਡ ਦਾ ਕੰਡਕਟਰ। ਅਤੇ ਉਹ ਕਿਸ ਡਾਇਰੈਕਸ਼ਨ 'ਚ ਹੁੰਦਾ? ਇਨ ਦਾ ਡਾਇਰੈਕਸ਼ਨ ਜਿਹੜੀ ਨਾਰਮਲ ਹੁੰਦੀ ਬੋਥ ਕਰੰਟ ਦੇ ਅਤੇ ਮੈਗਨੈਟਿਕ ਫੀਲਡ ਦੇ। ਕੀ ਦੱਸਿਆ E.H. ਹਾਲ ਨੇ ਸਾਨੂੰ 1870 ਦੇ ਵਿੱਚ ਕੀ ਦੱਸਿਆ ਕਿ ਜਦੋਂ ਇੱਕ ਕੰਡਕਟਰ ਆ, ਮਤਲਬ ਉਹਦੇ ਵਿੱਚ ਮੈਟਲ ਵੀ ਹੋ ਸਕਦੀ ਹੈ ਜਾਂ ਫਿਰ ਸੈਮੀ ਕੰਡਕਟਰ ਵੀ ਹੋ ਸਕਦਾ, ਜਿਹੜਾ ਕੈਰੀ ਕਰ ਰਿਹਾ ਕਰੰਟ, ਉਹਨੂੰ ਅਸੀਂ ਪਲੇਸ ਕੀਤਾ ਟਰਾਂਸਵਰਸ ਮੈਗਨੈਟਿਕ ਫੀਲਡ ਦੇ ਵਿੱਚ, ਤਾਂ ਉੱਥੇ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋਏਗਾ। ਉਸ ਕੰਡਕਟਰ ਦੇ ਅੰਦਰ ਕੀ ਪੈਦਾ ਹੋਏਗਾ? ਇਲੈਕਟ੍ਰਿਕ ਫੀਲਡ ਹੋਏਗਾ ਪੈਦਾ, ਜਿਹੜਾ ਡਾਇਰੈਕਸ਼ਨ ਮਤਲਬ ਹੋਏਗਾ ਕਿਸੇ ਡਾਇਰੈਕਸ਼ਨ 'ਚ ਜਿਹੜੀ ਡਾਇਰੈਕਸ਼ਨ ਨਾਰਮਲ ਹੋਵੇ ਕਰੰਟ ਅਤੇ ਮੈਗਨੈਟਿਕ ਫੀਲਡ ਦੇ। ਇਹਨੂੰ ਆਪਾਂ ਕਹਿੰਦੇ ਹਾਲ ਇਫੈਕਟ। ਐਂਡ ਜਨਰੇਟਡ ਫੀਲਡ, ਜਿਹੜਾ ਆਲੇ ਦੁਆਲੇ ਫੀਲਡ ਜਨਰੇਟ ਹੁੰਦਾ ਉਹਨੂੰ ਬੋਲਦੇ ਹਾਲ ਫੀਲਡ। ਕਲੀਅਰ ਹੈ ਤੁਹਾਨੂੰ ਇੰਨਾ? ਹੁਣ ਇਹ ਕਿਹਦੇ ਲਈ ਹੈਲਪਫੁਲ ਸੀਗਾ? ਹਾਲ ਇਫੈਕਟ ਹੈਲਪ ਅਸ ਟੂ ਨੋ ਦਾ ਨੇਚਰ ਆਫ ਚਾਰਜ ਕੈਰੀਅਰ ਇਨ ਏ ਕੰਡਕਟਰ, ਕਿ ਕਿਸੇ ਕੰਡਕਟਰ ਦੇ ਅੰਦਰ ਕਿੱਦਾਂ ਦੇ ਚਾਰਜ ਕੈਰੀਅਰ ਹੈਗੇ ਨੇ, ਨੈਗੇਟਿਵ ਚਾਰਜ ਕੈਰੀਅਰ, ਪੋਜ਼ੀਟਿਵ ਚਾਰਜ ਕੈਰੀਅਰ। ਸੋ ਕਿਤੇ ਨਾ ਕਿਤੇ ਉਹਨਾਂ ਚਾਰਜ ਕੈਰੀਅਰ ਦੇ ਨੇਚਰ ਨੂੰ ਜਾਣਨ ਲਈ, ਠੀਕ ਹੈ, ਇਹ ਹਾਲ ਇਫੈਕਟ ਬਹੁਤ ਜ਼ਿਆਦਾ ਹੈਲਪਫੁਲ ਸੀਗਾ। ਆਈ ਹੋਪ ਤੁਹਾਨੂੰ ਪਹਿਲਾਂ ਹਾਲ ਇਫੈਕਟ ਕਲੀਅਰ ਹੋ ਗਿਆ ਹੋਵੇ ਕਿ ਸਿੰਪਲ ਹੈ ਕਿ ਜਦੋਂ ਕਿਸੇ ਜਿਹੜਾ ਕੋਈ ਵੀ ਕੰਡਕਟਰ ਆ ਜਿਹੜਾ ਕਰੰਟ ਕੈਰੀ ਕਰ ਰਿਹਾ ਆ, ਠੀਕ ਹੈ, ਉਹਨੂੰ ਤੁਸੀਂ ਟਰਾਂਸਵਰਸ ਮੈਗਨੈਟਿਕ ਫੀਲਡ 'ਚ ਰੱਖਦੇ ਹੋ ਅਤੇ ਉੱਥੇ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੁੰਦਾ ਉਸ ਡਾਇਰੈਕਸ਼ਨ 'ਚ ਜਿਹੜੀ ਡਾਇਰੈਕਸ਼ਨ ਨਾਰਮਲ ਹੋਵੇ ਬੋਥ ਕਰੰਟ ਅਤੇ ਮੈਗਨੈਟਿਕ ਫੀਲਡ। ਠੀਕ ਹੈ ਜੀ। ਸੋ ਨੈਕਸਟ ਇਜ਼ ਦਾ ਨੈਗੇਟਿਵਲੀ ਕੇਸ। ਫਸਟ ਅਸੀਂ ਡਿਸਕਸ ਕਰਾਂਗੇ ਨੈਗੇਟਿਵਲੀ ਚਾਰਜਡ ਪਾਰਟੀਕਲ। ਓਕੇ, ਕੰਸੀਡਰ ਇੱਕ ਕੰਡਕਟਰ ਆ ਥਰੂ ਵਿੱਚ ਆਈ ਕਰੰਟ ਫਲੋ ਕਰ ਰਿਹਾ ਅਲੋਂਗ ਪੋਜ਼ੀਟਿਵ ਐਕਸ ਐਕਸਿਸ, ਪੋਜ਼ੀਟਿਵ ਐਕਸ ਐਕਸਿਸ ਵੱਲ ਨੂੰ। ਇਟ ਮੀਨਸ ਦਾ ਨੈਗੇਟਿਵ ਚਾਰਜ ਪਾਰਟੀਕਲ ਜਿਹੜੇ ਇਲੈਕਟ੍ਰੋਨ ਆ ਕਨਸਟੀਟਿਊਟ ਦਾ ਕਰੰਟ ਡਰਿਫਟ ਅਲੋਂਗ ਦਾ ਨੈਗੇਟਿਵ ਐਕਸ ਐਕਸਿਸ, ਯਾਨੀ ਕਿ ਇਲੈਕਟ੍ਰੋਨ ਤੋਂ ਫਿਰ ਉਲਟ ਡਾਇਰੈਕਸ਼ਨ ਦੇ ਵਿੱਚ ਜਾਣਗੇ। ਲੈਟ ਯੂਨੀਫਾਰਮ ਮੈਗਨੈਟਿਕ ਫੀਲਡ ਉੱਥੇ ਬੀ ਆ, ਉਹ ਐਕਟ ਕਰ ਰਿਹਾ ਅਲੋਂਗ ਦਾ ਵਾਈ ਐਕਸਿਸ। ਦੈਨ ਈਚ ਇਲੈਕਟ੍ਰੋਨ ਐਕਸਪੀਰੀਅੰਸ ਗਿਵਨ ਫੋਰਸ ਗਿਵਨ, ਤਾਂ ਉਹਨਾਂ ਨੂੰ ਇੱਕ ਫੋਰਸ ਲੱਗੇਗੀ -CV क्रॉस V। ਤੁਹਾਨੂੰ ਪਤਾ ਹੀ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹੋਈ, V ਕਿਉਂ ਵੀ ਕੀਤੀ ਸੀ ਨਾ, ਜਦੋਂ ਕੋਈ ਚਾਰਜ ਪਾਰਟੀਕਲ ਨੂੰ ਅਸੀਂ ਇਲੈਕਟ੍ਰਿਕ ਫੀਲਡ ਦਿੰਦੇ ਹਾਂ, ਠੀਕ ਹੈ ਨਾ, ਇਹ ਕੀਤਾ ਹੋਇਆ ਆਪਾਂ। ਸੋ ਅਕੋਰਡਿੰਗ ਟੂ ਫਲੈਮਿੰਗ ਲੈਫਟ ਹੈਂਡ ਰੂਲ ਦ ਡਾਇਰੈਕਸ਼ਨ ਆਫ F ਅਲੋਂਗ ਕੀ ਹੋਏਗੀ ਫਿਰ Z ਐਕਸਿਸ। ਦ ਕਰੰਟ ਕੈਰੀ ਇਲੈਕਟ੍ਰੋਨ ਆਰ ਡਿਫਲੈਕਟਡ ਟੂਵਰਡ Z ਐਕਸਿਸ, ਸੋ face I of the conductor become negatively charged and it received the electron। on other hand ਜਿਹੜਾ phase 2 ਆ ਉਹ ਕੀ ਹੋ ਜਾਏਗਾ? positively charged ਹੋਏਗਾ। ਸੋ ਇੱਥੇ ਉਹਨੇ ਦੱਸਿਆ ਕਿ ਜਿਹੜਾ ਟਰਾਂਸਵਰਸ ਪੋਟੈਂਸ਼ੀਅਲ ਡਿਫਰੈਂਸ ਆ ਉਹਨੂੰ ਆਪਾਂ ਕਹਿੰਦੇ ਇੱਥੇ ਹਾਲ ਵੋਲਟੇਜ, ਐਂਡ ਹੈਂਸ ਇਲੈਕਟ੍ਰਿਕ ਫੀਲਡ ਇਜ਼ ਕਾਲਡ ਹਾਲ ਫੀਲਡ ਇਜ਼ ਡਿਵਲਪਡ ਅਕ੍ਰੋਸ ਦਾ ਕੰਡਕਟਰ। ਸੋ ਇਹਦੇ ਤੋਂ ਇਹਨੇ ਇਹ ਕਨਕਲੂਜਨ ਵੀ ਕੱਢਿਆ ਹੋਇਆ। ਕੇਸ 2 ਪੋਜ਼ੀਟਿਵਲੀ ਚਾਰਜ ਪਾਰਟੀਕਲ ਲੈ ਲੈਂਦੇ ਆ। ਲੈਟ ਮੰਨ ਲਓ ਕਰੰਟ ਆਈ ਫਲੋ ਕਰ ਰਿਹਾ ਅਲੋਂਗ ਦਾ ਐਕਸ ਐਕਸਿਸ, ਮੈਗਨੈਟਿਕ ਫੀ ਅਲੋਂਗ ਜਿਹੜਾ ਬੀ ਅਲੋਂਗ ਦਾ ਵਾਈ ਐਕਸਿਸ, ਜਿਹੜੇ ਜੇ ਚਾਰਜ ਕੈਰੀਅਰ ਪੋਜ਼ੀਟਿਵ ਹੈਗੇ ਜਾਨੀ ਹੋਲਸ ਹੈਗੇ ਨੇ, ਈਚ ਐਕਸਪੀਰੀਅੰਸ ਦਾ ਫੋਰਸ ਇੱਥੇ ਪਲੱਸ ਆ ਜਾਣਾ ਮਾਈਨਸ ਦੀ ਜਗ੍ਹਾ, ਵੀ ਇੱਥੇ ਵੈਲੋਸਿਟੀ ਹੈਗੀ ਆ ਹੋਲਸ ਦੀ, ਠੀਕ ਹੈ, ਦੇਖੋ ਪੋਜ਼ੀਟਿਵਲੀ ਬਣਾਇਆ ਹੋਇਆ, ਕਲੀਅਰ। ਇੱਦਾਂ ਇਹਦੇ ਵਿੱਚ ਨੈਗੇਟਿਵਲੀ ਬਣਾਇਆ ਹੋਇਆ ਸੀਗਾ। ਸੋ ਇਹਦੀ ਵੈਲੋਸਿਟੀ ਆ ਦੱਸੀ ਹੋਈ ਹੈ ਅਤੇ ਫੋਰਸ ਦੱਸਿਆ ਹੋਇਆ ਅਤੇ ਨੈਗੇਟਿਵ ਸੀਗਾ ਈ, ਦੇਖੋ ਪੋਜ਼ੀਟਿਵ ਵਾਲੇ ਕੇਸ 'ਚ ਇੱਥੇ ਈ ਪੋਜ਼ੀਟਿਵ ਹੋ ਗਿਆ। ਸੋ ਇਹਦੇ ਅਕੋਰਡਿੰਗ ਹੁਣ ਲੈਫਟ ਹੈਂਡ ਰੂਲ ਆਇਆ ਅਤੇ ਐਫ ਦੀ ਡਾਇਰੈਕਸ਼ਨ ਕਿੱਧਰ ਹੋ ਗਈ ਅਲੋਂਗ Z ਐਕਸਿਸ। ਜਿਹੜੇ ਹੋਲ ਆ ਉਹ ਮੂਵ ਕਰਨਗੇ ਟੂਵਰਡ ਫੇਸ 1 ਐਂਡ ਉੱਥੇ ਡਿਪੋਜ਼ਿਟ ਹੋਣਗੇ। ਸੋ ਫੇਸ 1 ਬਿਕਮ ਪੋਜ਼ੀਟਿਵਲੀ ਚਾਰਜ ਐਂਡ ਫੇਸ 2 ਬਿਕਮ ਨੈਗੇਟਿਵਲੀ ਚਾਰਜਡ। ਜਿਹਦਾ ਇਹਦੇ ਵਿੱਚ ਦੇਖੋ ਆਪਾਂ ਕੀਤਾ ਸੀਗਾ ਇੱਥੇ ਫੇਸ 2 ਪੋਜ਼ੀਟਿਵਲੀ ਚਾਰਜਡ ਐਂਡ ਫੇਸ 1 ਬਿਕਮ ਨੈਗੇਟਿਵਲੀ ਚਾਰਜ। ਸੇਮ ਇੱਥੇ ਦੇਖ ਲਓ ਫੇਸ 1 ਪੋਜ਼ੀਟਿਵਲੀ ਚਾਰਜਡ ਹੋ ਗਿਆ, ਫੇਸ 2 ਨੈਗੇਟਿਵਲੀ ਚਾਰਜਡ ਹੋ ਗਿਆ। ਸੋ ਇਸ ਤੋਂ ਕਨਕਲੂਜਨ ਕੀ ਨਿਕਲਦਾ ਕਿ ਜੇ ਫੇਸ 1 ਅਸੀਂ ਨੈਗੇਟਿਵਲੀ ਚਾਰਜਡ ਕਰਦੇ ਹਾਂ ਡਿਊ ਟੂ ਫਲੋ ਆਫ ਕਰੰਟ ਥਰੂ ਦਾ ਸਪੈਸੀਮਨ ਅਲੋਂਗ, ਮਤਲਬ ਜਦੋਂ ਐਕਸ ਵੱਲ ਨੂੰ ਗਿਆ ਸੀ ਨਾ ਕਰੰਟ, ਦੈਨ ਦਾ ਕਰੰਟ ਕੈਰੀਅਰਸ ਆਰ ਇਲੈਕਟ੍ਰੋਨ। ਫਿਰ ਕਰੰਟ ਕੈਰੀਅਰ ਕਿਹੜੇ ਹੁੰਦੇ ਆ? ਇਲੈਕਟ੍ਰੋਨਸ ਹੁੰਦੇ ਆ। ਅਤੇ ਜਿਹੜਾ ਗਿਵਨ ਸਪੈਸੀਮਨ ਹੁੰਦਾ ਉਹ ਕੀ ਹੁੰਦਾ? ਕੰਡਕਟਰ। ਇਹ ਇੰਪੋਰਟੈਂਟ ਕਨਕਲੂਜਨ ਬੰਨੇ ਆ ਤੁਹਾਡੇ ਕੋਲ, ਇਹਨਾਂ ਨੂੰ ਧਿਆਨ ਦੇਣਾ ਜਰਾ ਕਿ ਉਹਨੇ ਬੋਲਿਆ ਇਸ ਡਿਸਕਸ਼ਨ ਤੋਂ ਕੀ ਕਲੀਅਰ ਹੁੰਦਾ? ਜੇ ਫੇਸ 1 ਹੋ ਗਿਆ ਨੈਗੇਟਿਵਲੀ ਚਾਰਜਡ, ਠੀਕ ਹੈ, ਤਾਂ ਉੱਥੇ ਕੀ ਹੋਊਗਾ? ਡਿਊ ਟੂ ਫਲੋ ਆਫ ਕਰੰਟ ਥਰੂ ਦਾ ਸਪੈਸੀਮਨ ਅਲੋਂਗ, ਜਿਹੜਾ ਐਕਸ ਐਕਸਿਸ ਨੂੰ ਮੰਨ ਲਓ ਕਿ ਸਪੈਸੀਮਨ ਉਹਦੇ ਵਿੱਚੋਂ ਕਰੰਟ ਆਈ ਫਲੋ ਕਰ ਰਿਹਾ, ਅਤੇ ਜਿਹੜੇ ਕਰੰਟ ਕੈਰੀਅਰ ਹੋਣਗੇ ਉਸ ਟਾਈਮ ਕੀ ਹੋਣਗੇ? ਇਲੈਕਟ੍ਰੋਨ ਹੋਣਗੇ, ਅਤੇ ਜਿਹੜਾ ਤੁਹਾਡੇ ਕੋਲ ਸਪੈਸੀਮਨ ਹੋਏਗਾ ਉਹ ਕੀ ਹੋਏਗਾ? ਕੰਡਕਟਰ ਹੋਏਗਾ। ਬਟ ਜੇ ਫੇਸ 1 ਹੁੰਦਾ ਪੋਜ਼ੀਟਿਵਲੀ ਚਾਰਜ, then due to flow of current through the specimen along x axis
ਜਿਹੜੇ ਕਰੰਟ ਕੈਰੀਅਰ ਉੱਥੇ ਹੋਣਗੇ ਹੋਲ ਹੋਣਗੇ, ਪੋਜ਼ਿਟਿਵ ਦੇ ਕਾਰਨ ਹੋਲ ਆ ਗਏ, ਨੈਗੇਟਿਵ ਦੇ ਕਾਰਨ ਕੀ ਅਸੀਂ ਇਲੈਕਟ੍ਰੋਨ। ਤੇ ਹੁਣ ਤੁਹਾਡਾ ਸਪੈਸੀਮਨ ਕੀ ਹੋਏਗਾ, ਸੈਮੀਕੰਡਕਟਰ ਹੋਏਗਾ। ਬਸ ਇਹੀ ਧਿਆਨ ਰੱਖਣਾ ਕਿ ਜੇ ਫੇਸ 1 ਨੈਗੇਟਿਵਲੀ ਚਾਰਜਡ ਆ ਮਤਲਬ ਉੱਥੇ ਚਾਰਜ ਕੈਰੀਅਰ ਕੌਣ ਹੈਗੇ ਨੇ, ਕਰੰਟ ਕੈਰੀਅਰ ਸੌਰੀ ਕੌਣ ਹੈਗੇ ਨੇ, ਇਲੈਕਟ੍ਰੋਨਸ। ਜੇ ਫੇਸ 1 ਪੋਜ਼ਿਟਿਵਲੀ ਚਾਰਜ ਆ ਫਿਰ ਕਰੰਟ ਕੈਰੀਅਰ ਤੁਹਾਡੇ ਕੋਲ ਹੈਗੇ ਨੇ ਹੋਲ। ਤੇ ਜੇ ਤੁਹਾਡੇ ਕੋਲ ਫੇਸ 1 ਨੈਗੇਟਿਵਲੀ ਚਾਰਜਡ ਆ, ਠੀਕ ਹੈ, ਤੇ ਸਪੈਸੀਮਨ ਜਿਹੜਾ ਹੋਏਗਾ ਓਬਵੀਅਸਲੀ ਕੰਡਕਟਰ ਹੋਏਗਾ, ਅਦਰਵਾਈਜ਼ ਪੋਜ਼ਿਟਿਵ ਦੇ ਕੇਸ 'ਚ ਉਹ ਸਪੈਸੀਮਨ ਤੁਹਾਡੇ ਕੋਲ ਸੈਮੀ ਕੰਡਕਟਰ ਹੋਏਗਾ। ਇਹ ਇੰਪੋਰਟੈਂਟ ਸੀਗਾ ਨੋਟ ਕਰਨ ਵਾਲਾ। ਨੈਕਸਟ ਇਜ਼ ਦਾ ਕੁਆਂਟੇਟਿਵ ਐਨਾਲਿਸਿਸ। ਇਹਦਾ ਕੁਆਂਟੇਟਿਵ ਜੋ ਐਕਸਪ੍ਰੈਸ਼ਨ ਦੇਖਦੇ ਹਾਂ ਆਪਾਂ ਇਹਦਾ ਹॉल ਕਾਂਸਟੈਂਟ ਦਾ ਵੀ। EH ਮੰਨ ਲਓ ਇਫ EH ਦਾ ਹॉल ਫੀਲਡ ਹੈਗਾ, ਇਹ Z ਡਾਇਰੈਕਸ਼ਨ ਵੱਲ ਨੂੰ ਹੈਗਾ। ਫੋਰਸ ਡਿਊ ਟੂ ਫੀਲਡ ਔਨ ਦਾ ਕਰੰਟ ਕੈਰੀਅਰ ਚਾਰਜ E ਇਜ਼ EH ਉੱਪਰ ਵੈਕਟਰ। ਦਾ ਸਾਈਡਵਾਈਜ਼ ਮੈਗਨੈਟਿਕ ਫੋਰਸ ਔਨ ਦਾ ਕਰੰਟ ਕੈਰੀਅਰ EVD। ਡ੍ਰਿਫਟ ਵੈਲੋਸਿਟੀ ਹੈਗੀ ਕ੍ਰੋਸ B ਮੈਗਨੈਟਿਕ ਫੀਲਡ ਹੈਗਾ, ਇਹ ਡ੍ਰਿਫਟ ਵੈਲੋਸਿਟੀ ਅਲੋਂਗ ਦਾ ਐਕਸ ਐਕਸਿਸ ਹੈਗੀ। ਇਕੁਇਲਿਬਰੀਅਮ ਤੇ ਕੀ ਹੋਇਆ, ਜਿਹੜਾ ਨੈਟ ਫੋਰਸ ਸੀਗਾ ਨਾ ਇਸ ਕਰੰਟ ਕੈਰੀਅਰ ਤੇ ਉਹ ਸੀਗਾ 0, यानी दोनों का प्लस की हो गया 0। इतने EH की वैल्यू निकाल लो, ठीक है। और EH इक्वल टू माइनस VD क्रॉस V, मतलब क्रॉस आ गया, दैट मीनस ये परपेंडिकुलर एक दूजे दे, ठीक है। सिंस B इज D इज परपेंडिकुलर मतलब 90 डिग्री हो गया जो ओपन किया, ठीक है। परपेंडिकुलर 90 साइन 90 कितना होंगे 1। सो दस हाल EH इज प्रपोर्शनल टू अप्लाइड मैगनैटिक फील्ड भी, ये भी याद रखना। तो नैगेटिव साइन की इंडीकेट करता है कि फैक्ट ऑफ EH एंड B ओपोजिट डायरेक्शन होंगे, इंपॉर्टेंट है, बहुत ज़्यादा इंपॉर्टेंट, याद रखना। जे मान लो उत्थे करंट डेंसिटी है एक्स डायरेक्शन वाल नूं, तो साढ़े को जे इज इक्वल्स टू NEVD होंगे, तो आपां कीता N इत्थे कॉन्सनट्रेशन ऑफ करंट कैरियर हैगी आ पर यूनिट वॉल्यूम। जे तो साढ़े को VD इक्वल टू J अपॉन NE है। जे साढ़े को D डिस्टेंस हैगा फेस 1 ते 2 दे विच, ते हाल वोल्टेज हैगी VH, तो VH इक्वल टू बन गया EHD, ये फॉर्मूला बन गया, ठीक है। पढ़िया ना ये फॉर्मूला V अपॉन L, तो EH इक्वल टू VH अपॉन डिस्टेंस L जगह D हो गया, सो VH इक्वल टू EHD हो गया। सो VD इज इक्वल्स टू साढ़े इत्थे देखो VH इक्वल टू EHD हो गया, तो EHD साढ़े इक्वल टू की है VD, ठीक है। VD नाल BD, ठीक है। इत्थे साढ़े को BD की वैल्यू की आ जानी EH अपॉन B। तो इसी वैल्यूज़ जी सैकेंड में पुट कर देनी है, पुट करके साढ़े कोई आंसर है ना, तुसीं ये डायरैक्ट रिलेशन याद रखना। EH अपॉन JB इक्वल टू 1 अपॉन NE इक्वल टू RH। इनू आपां कहने RH, तो हाल कॉन्सटेंट इनू हाल कॉफीशेंट भी कहने। यही जो हाल कॉन्सटेंट RH आ वो नैगेटिव आ इफ चार्ज कैरियर इलैक्ट्रॉन हैगे ने, तो पॉजिटिव होना जे चार्ज कैरियर तुहाडे कोल ते होल्स हैगे ने। तो साइन जो RH का उही सानूं दसेगा नेचर ऑफ करंट कैरियर किदां दा हुंदा, बस RH कढ़ना। जे नैगेटिव आ गया मतलब उत्थे चार्ज कैरियर इलैक्ट्रॉन हैगे ने, जे वो पॉजिटिव आंदा मतलब चार्ज कैरियर साडे कोल कौन हैगे ने, पॉजिटिवली होल्स हैगे ने, ठीक है, नैगेटिवली इलैक्ट्रॉन। अगे डिटर्मिनेशन ऑफ हॉल कॉफीशेंट R इज इक्वल टू EH अपॉन JB, ठीक है। हुण इहदी पूरी असीं जो कैलकुलेट करते साडे कि फॉर्मूला भी आंदा RH इक्वल टू VHW अपॉन IB, ठीक है। सो इन्हां सारियां दी वैल्यू जो सानूं पता चल जाए वो असीं फाइन W इत्थे विथ हैगी है, विथ ते D इत्थे थिकनेस हैगी है, ये लिखियां हुई सारियां चीज़ां। RH फेस VH तुहानूं पता हाल वोल्टेज आ, इहदा न्यूमैरिकल पूछा जा सकदा, इसलिए तुहानूं पता होने चाहिए फॉर्मूलेस भी इहदे। यूज़ हाल इफैक्ट द डिटर्मिनेशन ऑफ चार्ज कॉन्सनट्रेशन की चार्ज की कितनी कॉन्सनट्रेशन हैगी है। बाय मेजरिंग द हाल कॉफीशेंट RH द कैरियर कॉन्सनट्रेशन कैन बी डिटरमाइंड बाय डिटरमाइनिंग द मेकिंग यूज़ ऑफ रिलेशन, ये वाला रिलेशन यूज़ करके तुसी फाइंड आउट कर सकते हो। ये फॉर्मूले याद रखने। दूसरा किदां दा टाइप ऑफ सैमीकंडक्टर P टाइप या N टाइप, ये भी पता चल जाता इतों फॉर्मूले तो। जे N टाइप सैमीकंडक्टर है करंट कैरियर इलैक्ट्रॉन्स होंगे, तो RH की होएगा नैगेटिव। पढ़िया सी ना RH नैगेटिव तो इलैक्ट्रॉन तो N टाइप, ठीक है, नैगेटिव। फॉर P टाइप लिए चार्ज कैरियर होल आ जाने, P फॉर पॉजिटिव, P फॉर P टाइप सैमीकंडक्टर तो RH भी की होंदा पॉजिटिव। सो किते ना किते साइन ऑफ जो हाल कॉफीशेंट वो तो सानूं भी पता लग जाता सैमीकंडक्टर P टाइप का या N टाइप का। सो देखो कितना ईजी है। फिर तुसीं इत्थों मैगनैटिक फ्लक्स डेंसिटी भी मेजर कर सकते हो, ठीक है। जिदा RH असीं फॉर्मूला पढ़िया सुनी WBH अपॉन IB, ये तो फिर BH तुहाडे कोल हाल वोल्टेज भी निकल सकती है, हॉल EMF और हॉल पोटेंशियल डिफरेंस, ये प्रपोर्शनल किहदे हुंदा फ्लक्स डेंसिटी दे पर गिवन करंट थ्रू अ सैंपल। सो ये हैल्प नाल असीं मैगनैटिक फ्लक्स डेंसिटी भी फाइंड आउट कर सकते हैं, ठीक है। सो इस न्यूमैरिकल देखते हैं। एक N टाइप जर्मेनियम सैंपल हैगा, डोनर डेंसिटी वो दी हुई है 10⁻21 पर मीटर क्यूब, ठीक है। इट इज़ अरेंज्ड इन द हॉल इफैक्ट एक्सपैरीमेंट, उत्थे V की वैल्यू दी, J की वैल्यू दी, असी हाल वोल्टेज फाइंड आउट करनी है। हॉल वोल्टेज का फॉर्मूला सानू फाइंड आउट पता होना चाहिए, RHJB × D। इनू इदा भी लिखा जाता क्योंकि RH असी पढ़े 1 अपॉन NE होंदा, क्योंकि N सानू दिता ना, E सानू पता है इलैक्ट्रॉन ते चार्ज कितना होंदा 1.6 × 10⁻19। बाकी वैल्यूज़ भी सानू प्रोवाइडेड है J B D, ये सारिया वैल्यूज़ सानू प्रोवाइडेड है। सो उस तो आप ये आंसर निकाल लेना। क्लीयर है जी।
ਨੈਕਸਟ ਦੇਖੋ, ਹੁਣ ਮੈਂ ਤੁਹਾਨੂੰ ਇੱਕ ਵਾਰੀ ਦਾ ਕਨਕਲੂਜਨ ਕਰਾ ਦਿੰਦੀ ਕਿ ਤੁਸੀਂ ਮੇਨ ਕੀ ਯਾਦ ਰੱਖਣਾ ਹੈਗਾ ਹॉल ਇਫੈਕਟ ਲਈ। ਇੱਕ ਤਾਂ ਇਹਦੀ ਡੈਫੀਨੇਸ਼ਨ ਬਹੁਤ ਇੰਪੋਰਟੈਂਟ ਆ ਕਿ ਜਦੋਂ ਵੀ ਤੁਸੀਂ ਕਿਸੇ ਕੰਡਕਟਰ ਮੈਟਲ ਮਤਲਬ ਜਾਂ ਸੈਮੀ ਕੰਡਕਟਰ ਨੂੰ ਕਿਸੇ ਮਤਲਬ ਕਰੰਟ ਕੈਰੀ ਕਰਦਾ ਹੋਣਾ ਚਾਹੀਦਾ, ਜੇ ਉਹਨੂੰ ਤੁਸੀਂ ਟਰਾਂਸਵਰਸ ਮੈਗਨੈਟਿਕ ਫੀਲਡ ਦੇ ਅੰਦਰ ਰੱਖੋਗੇ ਨਾ ਤੇ ਉੱਥੇ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋਣਾ ਉਸ ਕੰਡਕਟਰ ਦੇ ਵਿੱਚ, ਤੇ ਉਹ ਉਸ ਡਾਇਰੈਕਸ਼ਨ 'ਚ ਨਾ ਕਿ ਉਹਦੀ ਡਾਇਰੈਕਸ਼ਨ ਜਿਹੜੀ ਹੈ ਨਾਰਮਲ ਹੋਵੇ ਕਿ ਇਹਦੇ ਕਰੰਟ ਤੇ ਮੈਗਨੈਟਿਕ ਫੀਲਡ ਦੇ। ਠੀਕ ਹੈ, ਤੇ ਇਹ ਸਾਨੂੰ ਹੈਲਪ ਕਰਦਾ ਚਾਰਜ ਕੈਰੀਅਰ ਦਾ ਨੇਚਰ ਦੱਸਣ ਲਈ। ਜਿਹਦਾ ਨੈਗੇਟਿਵ ਚਾਰਜ ਪਾਰਟੀਕਲ ਆ ਉਹ ਇਲੈਕਟ੍ਰੋਨਸ ਹੁੰਦੇ ਆ। ਠੀਕ ਹੈ, ਇਹ ਆਪਾਂ ਦੇਖਿਆ, ਤੇ ਪੋਜ਼ਿਟਿਵ ਦੇ ਕੇਸ 'ਚ ਕੀ ਹੁੰਦੇ ਆ, ਹੋਲਸ ਹੁੰਦੇ ਆ। ਤੇ ਉਹਦੇ ਕੇਸ ਦੇ ਵਿੱਚ ਜਿਹੜਾ ਫੇਸ 1 ਆ ਉਹ ਨੈਗੇਟਿਵਲੀ ਚਾਰਜਡ ਹੋਣਾ, ਨੈਗੇਟਿਵ ਦੇ ਵਿੱਚ ਕੇਸ ਦੇ ਵਿੱਚ। ਠੀਕ ਹੈ, ਫੇਸ 1 ਨੇ ਨੈਗੇਟਿਵਲੀ ਚਾਰਜਡ ਹੋਣਾ ਤੇ ਫੇਸ 2 ਨੇ ਪੋਜ਼ਿਟਿਵਲੀ ਚਾਰਜਡ ਹੋਣਾ। ਇਹਦੀ ਜਦੋਂ ਪੋਜ਼ਿਟਿਵ ਦਾ ਕੇਸ ਆ ਫੇਸ 1 ਪੋਜ਼ਿਟਿਵ ਹੋ ਜਾਣਾ, ਫੇਸ 2 ਨੈਗੇਟਿਵ, ਤੇ ਇਹਨਾਂ ਦੀ ਆ ਵੀ ਫੋਰਸ ਵੀ ਯਾਦ ਰੱਖਣੀ ਹੈ। ਤੇ ਕਨਕਲੂਜਨ ਇਹੀ ਕੱਢਿਆ ਕਿ ਫੇਸ 1 ਜੇ ਨੈਗੇਟਿਵਲੀ ਚਾਰਜ ਦਾ ਮਤਲਬ ਕਿ ਉੱਥੇ ਚਾਰਜ ਕੈਰੀਅਰ ਕਿਹੜੇ ਸੀਗੇ, ਕੌਣ ਸੀਗੇ, ਇਲੈਕਟ੍ਰੋਨ ਸੀਗੇ, ਤੇ ਸਪੈਸੀਮਨ ਕੀ ਸੀਗਾ, ਕੰਡਕਟਰ ਸੀਗਾ। ਠੀਕ ਹੈ, ਕਰੰਟ ਕੈਰੀਅਰ ਤੇ ਜਿਹੜੇ ਪੋਜ਼ਿਟਿਵਲੀ ਚਾਰਜਡ ਆ ਉੱਥੇ ਕਰੰਟ ਕੈਰੀਅਰ ਹੋਲ ਹੋਣਗੇ ਤੇ ਸਪੈਸੀਮਨ ਕੀ ਹੋ ਗਿਆ, ਸੈਮੀ ਕੰਡਕਟਰ। ਇਹ ਮੇਨ ਚੀਜ਼ ਯਾਦ ਰੱਖਣੀ ਹੈ। ਤੇ ਇੱਕ ਤੁਸੀਂ ਇਹ ਫਾਰਮੂਲੇ ਯਾਦ ਰੱਖਣੇ ਆ। ਠੀਕ ਹੈ, ਇਹ ਵਾਲਾ ਇੱਕ ਤੁਸੀਂ ਇਹ ਵਾਲਾ ਫਾਰਮੂਲਾ ਯਾਦ ਰੱਖਣਾ, ਇਹ ਬਹੁਤ ਇੰਪੋਰਟੈਂਟ ਆ। ਤੇ RH ਤੇ ਵੀ ਸਾਈਨ ਤੋਂ ਪਤਾ ਲੱਗਾ, RH ਨੈਗੇਟਿਵ ਆ ਮਤਲਬ ਉੱਥੇ ਚਾਰਜ ਕੈਰੀਅਰ ਜਿਹੜੇ ਇਲੈਕਟ੍ਰੋਨਸ ਹੈਗੇ ਨੇ, RH ਪੋਜ਼ਿਟਿਵ ਆ ਤੇ ਚਾਰਜ ਕੈਰੀਅਰ ਕਿਹੜੇ ਹੈਗੇ ਨੇ, ਤੁਹਾਡੇ ਕੋਲ ਹੋਲ ਹੈਗੇ ਨੇ। ਨੈਕਸਟ ਡਿਟਰਮੀਨੇਸ਼ਨ ਤੋਂ ਫਾਰਮੂਲਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਦੋਨੇ ਫਾਰਮੂਲੇ ਬਹੁਤ ਇੰਪੋਰਟੈਂਟ ਹੈਗੇ ਤੇ ਕਿੱਥੇ ਕਿੱਥੇ ਯੂਜ਼ ਹੁੰਦਾ ਇਹ ਯਾਦ ਰੱਖਣਾ। ਠੀਕ ਹੈ, ਇੱਕ ਇਹਦੀ ਇਸ ਹੈਲਪ ਨਾਲ ਕੀ ਕੈਰੀਅਰ ਕੰਸਨਟ੍ਰੇਸ਼ਨ ਕੱਢ ਸਕਦੇ ਆ, ਦੂਸਰਾ ਇਹ ਦੇਖ ਸਕਦੇ ਸੈਮੀ ਕੰਡਕਟਰ ਕਿਹੜਾ ਇੱਦਾਂ ਪੋਜ਼ਿਟਿਵ ਹੋਇਆ, ਇਹ RH ਦੀ ਵੈਲਿਊ ਪੋਜ਼ਿਟਿਵ ਆ ਤੇ B ਟਾਈਪ ਨੈਗੇਟਿਵ ਆ ਤੇ N ਟਾਈਪ ਸੈਮੀ ਕੰਡਕਟਰ। ਸੋ ਇਹ ਤਾਂ ਅਸੀਂ ਮੈਗਨੈਟਿਕ ਫਲਕਸ ਡੈਂਸਿਟੀ ਕੱਢ ਸਕਦੇ ਕਿਉਂਕਿ ਉਹਦੀ ਹੈਲਪ ਨਾਲ BH ਨਿਕਲਦਾ, BH ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਫਲਕਸ ਡੈਂਸਿਟੀ ਦੇ। ਸੋ ਉੱਥੋਂ ਸਾਨੂੰ ਪਤਾ ਚੱਲ ਜਾਂਦਾ। ਕਲੀਅਰ, ਸੋ ਸੌਖਾ ਹੈਗਾ, ਕਰ ਲੈਣਾ।